Good morning, everyone, and welcome to KCGC TV. I'm Dr. Jagbir Kaur. I'm Assistant Professor in Physics at Khalsa College for Women, Amritsar. Topic for my lecture is semiconductors. ਸੋ ਅੱਜ ਕੱਲ੍ਹ ਜਿੰਨੇ ਆਪਾਂ ਵੇਖਦੇ ਹਾਂ ਕਿ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਇੱਕ ਇਲੈਕਟ੍ਰੋਨਿਕ ਦੁਨੀਆ ਵਿੱਚ ਰਹਿ ਰਹੇ ਹਾਂ ਵੀ ਆਰ ਲਿਵਿੰਗ ਇਨ ਐਨ ਇਲੈਕਟ੍ਰੋਨਿਕ ਵਰਲਡ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਕਿ ਆਪਾਂ ਜਿੰਨੇ ਵੀ ਕੰਮ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਰ ਰਹੇ ਹਾਂ ਸਿੰਪਲ ਤੋਂ ਸਿੰਪਲ ਕੰਮ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਜਿਵੇਂ ਕਿ ਰੋਬੋਟਿਕਸ ਦੀ ਗੱਲ ਕਰੀਏ ਠੀਕ ਹੈ ਐਡਵਾਂਸਡ ਮਸ਼ੀਨਰੀ ਦੀ ਗੱਲ ਕਰੀਏ ਇਹ ਸਾਰੇ ਜਿੰਨੇ ਵੀ ਮਸ਼ੀਨਰੀਜ਼ ਜਿੰਨੇ ਵੀ ਇਕਵਿਪਮੈਂਟ ਹਨ ਇਹ ਸਾਰੇ ਇਲੈਕਟ੍ਰੋਨਿਕਸ ਹਨ ਠੀਕ ਹੈ ਔਰ ਇਲੈਕਟ੍ਰੋਨਿਕਸ ਜੇ ਤੁਸੀਂ ਆਪਣੇ ਡਿਵਾਈਸਿਸ ਦੀ ਗੱਲ ਕਰੀਏ ਤਾਂ ਆਪਾਂ ਰੋਜ਼ਮਰਾ ਵਿੱਚ ਯੂਜ਼ ਕਰ ਰਹੇ ਹਾਂ ਮੋਬਾਈਲ ਫੋਨਸ ਲੈਪਟਾਪਸ ਠੀਕ ਹੈ ਪੀਸੀਜ਼ ਸਮਾਰਟ ਵਾਚਿਸ LED TVs ਇਹ ਸਾਰੇ ਜਿੰਨੇ ਵੀ ਡਿਵਾਈਸਿਸ ਹੈ ਇਹ ਸਾਰੇ ਇਲੈਕਟ੍ਰੋਨਿਕ ਬੇਸਡ ਹੈ ਅਗਰ ਤੁਸੀਂ ਕਿਸੇ ਚਿਪ ਮਦਰਬੋਰਡ ਦੇਖਿਆ ਹੋਵੇ ਜਾਂ ਕੋਈ ਮੋਬਾਈਲ ਦੀ ਸਰਕਿਟਰੀ ਦੇਖੀ ਹੋਵੇ ਤਾਂ ਯੂ ਵਿਲ ਸੀ ਟਾਈਨੀ ਬਲੈਕ ਸਪੌਟਸ ਠੀਕ ਹੈ ਛੋਟੇ ਛੋਟੇ ਆਈਸੀਜ਼ ਹੁੰਦੇ ਆ ਉਹ ਆਈਸੀਜ਼ ਕੀ ਹੈ ਉਹ ਆਈਸੀਜ਼ ਸਾਰੇ ਇਲੈਕਟ੍ਰੋਨਿਕ ਸਰਕਿਟਸ ਨੇ ਤੇ ਇਹਨਾਂ ਸਾਰੇ ਇਲੈਕਟ੍ਰੋਨਿਕ ਸਰਕਿਟਸ ਨੂੰ ਬਣਾਉਣ ਦੇ ਲਈ ਜਿਹੜਾ ਮਟੀਰੀਅਲ ਅਸੀਂ ਯੂਜ਼ ਕਰਦੇ ਹਾਂ ਉਹ ਹਨ ਸੈਮੀਕੰਡਕਟਰ So it is important to learn about semiconductors to know how they work and what are their properties. So in this lecture, I'll tell you briefly about the semiconductors. ਜੇ ਟੈਕਨੀਕਲੀ ਗੱਲ ਕਰੀਏ ਟੈਕਨੀਕਲ ਡੈਫੀਨੇਸ਼ਨ ਦੇਖੀਏ ਸੈਮੀਕੰਡਕਟਰਸ ਦੀ ਤਾਂ ਆਪਾਂ ਕਹਿੰਦੇ ਆ ਸੈਮੀਕੰਡਕਟਰਸ ਆਰ ਦਾ ਮਟੀਰੀਅਲਸ whose electrical resistivity lies between that of conductors and insulators. ਸੋ ਆਪਾਂ ਨੂੰ ਪਤਾ ਹੈ ਕਿ ਕੰਡਕਟਰਸ ਜਿਹੜੇ ਆ ਉਹ ਕਰੰਟ ਦੇ ਪੈਸੇਜ ਨੂੰ ਰੈਜ਼ਿਸਟੈਂਸ ਬਹੁਤ ਥੋੜਾ ਦਿੰਦੇ ਆ ਨੈਗਲੀਜੀਬਲ ਰੈਜ਼ਿਸਟੈਂਸ ਕਰੰਟ ਬੜੇ ਈਜ਼ੀਲੀ ਕੰਡਕਟਰਸ ਦੇ ਥਰੂ ਪਾਸ ਕਰ ਸਕਦਾ ਆ ਬਟ ਇਟ ਇਜ਼ ਨਾਟ ਟਰੂ ਇਨ ਦ ਕੇਸ ਆਫ ਰੈਜ਼ਿਸਟਰਸ ਰਾਈਟ ਉਹਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਕਰੰਟ ਦਾ ਪੈਸੇਜ ਤੁਸੀਂ ਭਾਵੇਂ ਜਿੰਨਾ ਮਰਜ਼ੀ ਉਹਦੇ ਵਿੱਚੋਂ ਕਰੰਟ ਪਾਸ ਕਰਨ ਦੀ ਕੋਸ਼ਿਸ਼ ਕਰੋ ਬਟ ਕਰੰਟ ਡਜ਼ਨਟ ਪਾਸਿਸ ਥਰੂ ਦ ਰੈਜ਼ਿਸਟੈਂਸਿਸ ਸੈਮੀਕੰਡਕਟਰਸ ਜਿਹੜੇ ਆ ਉਹਨਾਂ ਦੀ ਕੰਡਕਟਿਵਿਟੀ ਜਾਂ ਕਹਿ ਲਈਏ ਕਿ ਰੈਜ਼ਿਸਟਿਵਿਟੀ ਜਿਹੜੀ ਹੈ ਉਹ ਕੰਡਕਟਰਸ ਐਂਡ ਇਨਸੂਲੇਟਰਸ ਇਹਨਾਂ ਦੋਨਾਂ ਦੇ ਵਿੱਚ ਲਾਈ ਕਰਦੀ ਆ ਸੈਮੀਕੰਡਕਟਰਸ ਜਿਹੜੇ ਆ ਉਹ ਐਲੀਮੈਂਟਲ ਵੀ ਹੋ ਸਕਦੇ ਆ ਕੰਪਾਊਂਡ ਵੀ ਹੋ ਸਕਦੇ ਆ ਐਲੀਮੈਂਟਲ ਦਾ ਮਤਲਬ ਕੀ ਆ ਕਿ ਇੱਕ ਸਿੰਗਲ ਐਲੀਮੈਂਟ ਤੋਂ ਬਣੇ ਹੋਏ ਸੈਮੀਕੰਡਕਟਰਸ ਸਿਲੀਕਨ ਤੇ ਜਰਮੇਨੀਅਮ ਜਿਹੜੇ ਆ ਇਹ ਦੋਨੋਂ ਬਹੁਤ ਸਪੈਸ਼ਲ ਐਗਜ਼ਾਮਪਲਸ ਨੇ ਐਲੀਮੈਂਟਲ ਸੈਮੀਕੰਡਕਟਰਸ ਦੀ ਤੇ ਦੂਸਰੇ ਆਉਂਦੇ ਆ ਕੰਪਾਊਂਡ ਸੈਮੀਕੰਡਕਟਰਸ ਮਤਲਬ ਉਹ ਸੈਮੀਕੰਡਕਟਰਸ ਜਿਹੜੇ ਦੋ ਜਾਂ ਦੋ ਤੋਂ ਵੱਧ ਐਲੀਮੈਂਟਸ ਨੂੰ ਜੋੜ ਕੇ ਬਣੇ ਹੁੰਦੇ ਆ ਠੀਕ ਹੈ ਫॉर ਐਗਜ਼ਾਮਪਲ ਗੈਲੀਅਮ ਆਰਸੇਨਾਈਡ ਰਾਈਟ ਹੁਣ ਸੈਮੀਕੰਡਕਟਰਸ ਇੰਨੇ ਇੰਪੋਰਟੈਂਟ ਕਿਉਂ ਆ ਵੈਸੇ ਤਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਪ੍ਰੋਪਰਟੀਜ਼ ਨੇ ਵੇਰੀਅਸ ਪ੍ਰੋਪਰਟੀਜ਼ ਆਫ ਸੈਮੀਕੰਡਕਟਰਸ ਬਟ ਦ ਮੋਸਟ ਇੰਪੋਰਟੈਂਟ two properties are firstly their conductivity is controlled. Second, they are unidirectional. यूनिडायरेक्शनल ਦਾ ਮਤਲਬ ਕੀ ਹੈ यूनिडायरेक्शन ਦਾ ਮਤਲਬ ਕੀ ਹੈ ਕਿ ਕਰੰਟ ਜਿਹੜਾ ਆ ਉਹ ਇੱਕੋ ਹੀ ਡਾਇਰੈਕਸ਼ਨ 'ਚ ਫਲੋ ਕਰ ਸਕਦਾ ਹੈ ਜੇ ਆਪਾਂ ਜਿਹੜੀ ਬੈਟਰੀ ਲਗਾਈ ਹੈ ਜਾਂ ਜਿਹੜੀ ਪਾਵਰ ਸਪਲਾਈ ਲਗਾਈ ਹੈ ਜੇ ਉਹਦੀਆਂ ਪੋਲੈਰਿਟੀਜ਼ ਚੇਂਜ ਕਰ ਦਾਂਗੇ ਤਾਂ ਕਰੰਟ ਫਲੋ ਨਹੀਂ ਕਰੇਗਾ ਸੋ ਇਟ ਇਜ਼ ਡਿਜ਼ਾਇਰੇਬਲ ਇਨ ਮੈਨੀ applications that current flows in one direction only. So ਉਹਨਾਂ ਸਾਰੀਆਂ applications ਦੇ ਲਈ semiconductor useful ਹੈ so now the question arises ਕਿ ਜੇ ਆਪਣੇ ਕੋਲ semiconductors ਨਹੀਂ ਹੁੰਦੇ ਤਾਂ ਉਹਨਾਂ ਦੀ ਜਗ੍ਹਾ ਤੇ ਕੀ use ਹੋਣਾ ਸੀਗਾ right answer is the vacuum tubes are glass devices in which vacuum is created right ਔਰ ਇਹ ਜਿਹੜਾ ਸਾਈਜ਼ ਹੁੰਦਾ ਇਹਨਾਂ ਦਾ ਇਹ ਸਾਈਜ਼ ਹੁੰਦਾ ਆ 3 centimeters to ਲੈ ਕੇ 3 meters ਤੱਕ you can guess ਕਿ ਕਿੰਨੇ ਵੱਡੇ ਵੱਡੇ equipment ਹੋਣਗੇ ਜਿਹੜੇ vacuum tubes ਨੂੰ ਲੈ ਕੇ ਬਣੇ ਹੋਣਗੇ so ਜੇ ਵੈਕਿਊਮ ਟਿਊਬਸ ਹੀ ਯੂਜ਼ ਕਰ ਰਹੇ ਸੀਗੇ ਤਾਂ ਸੈਮੀਕੰਡਕਟਰਸ ਨੂੰ ਯੂਜ਼ ਕਰਨ ਦੀ ਕੀ ਲੋੜ ਪਈ ਉਹਨਾਂ ਦੀ ਇਨਵੈਂਸ਼ਨ ਦੀ ਲੋੜ ਕਿਉਂ ਪਈ ਤੇ ਇਹਦਾ ਆਨਸਰ ਹੈ ਕਿ ਵੈਕਿਊਮ ਟਿਊਬਸ ਦੇ ਕੁਝ ਡਿਸਐਡਵਾਂਟੇजेस ਸੀ ਉਹ ਡਿਸਐਡਵਾਂਟੇਜ ਸੀਗੇ ਇੱਕ ਤਾਂ ਇਹਨਾਂ ਦਾ ਬਲਕੀ ਸਾਈਜ਼ ਸੀਗਾ ਦੂਜਾ ਇਹ ਹਾਈ ਪਾਵਰ ਡਿਵਾਈਸਿਸ ਸੀਗੇ ਮਤਲਬ ਬਹੁਤ ਜ਼ਿਆਦਾ ਪਾਵਰ ਚਾਹੀਦੀ ਸੀਗੀ ਇਹਨਾਂ ਨੂੰ ਆਪਰੇਟ ਕਰਾਉਣ ਦੇ ਲਈ ਇਹ ਸ਼ਾਰਟ ਲਾਈਫ ਸੀ
ਇਹਨਾਂ ਡਿਵਾਈਸਿਸ ਦੀ ਲਾਈਫ ਸ਼ਾਰਟ ਸੀ ਔਰ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੀਟਿੰਗ ਹੁੰਦੀ ਸੀ, ਦੈਟ ਮੀਨਸ ਬਹੁਤ ਜ਼ਿਆਦਾ એનર્ਜੀ ਜਿਹੜੀ ਸੀ ਉਹ ਹੀਟ ਦੇ ਵਿੱਚ ਵੇਸਟ ਹੋ ਜਾਂਦੀ ਸੀ। ਠੀਕ ਹੈ, ਤਾਂ ਇਹ ਸਾਰੇ ਡਿਸਐਡਵਾਂਟੇजेस ਨੂੰ ਓਵਰਕਮ ਕੀਤਾ ਸੈਮੀਕੰਡਕਟਰਸ ਨੇ। ਸੈਮੀਕੰਡਕਟਰ ਸਮਾਲ ਸਾਈਜ਼ ਵਿੱਚ ਹੁੰਦੇ ਆ, ਇਹਨਾਂ ਦੀ ਲੋ ਪਾਵਰ ਡਿਵਾਈਸਿਸ ਆ, ਲੌਂਗ ਲਾਈਫ ਹੈ ਇਹ ਇਹਨਾਂ ਦੀ। ਆਈ ਅਗੇਨ ਰਿਪੀਟ, ਸੈਮੀਕੰਡਕਟਰਸ ਜਿਹੜੇ ਹੈਗੇ ਆ ਇਹ ਸਮਾਲ ਇਨ ਸਾਈਜ਼ ਹੁੰਦੇ ਆ, ਲੌਂਗ ਲਾਈਫ ਹੁੰਦੀ ਇਹਨਾਂ ਦੀ, ਇਹਨਾਂ ਵਿੱਚ ਕੋਈ ਹੀਟਿੰਗ ਨਹੀਂ ਹੁੰਦੀ, ਦੈਟ ਮੀਨਸ એનર્ਜੀ ਵੇਸਟ ਨਹੀਂ ਹੁੰਦੀ ਔਰ ਇਹਦੇ ਵਿੱਚ ਇਹਨਾਂ ਦੀ ਲਾਈਫ ਜਿਹੜੀ ਹੁੰਦੀ ਆ ਉਹ ਲੌਂਗ ਹੁੰਦੀ ਆ। ਸੋ ਇਹ ਇੰਨੇ ਇੰਪੋਰਟੈਂਟ ਸੀਗੇ ਕਿ 1956 ਦਾ ਜਿਹੜਾ ਫਿਜ਼ਿਕਸ ਨੋਬਲ ਪ੍ਰਾਈਜ਼ ਸੀਗਾ ਉਹ ਟ੍ਰਾਂਜ਼ਿਸਟਰ, ਸੈਮੀਕੰਡਕਟਰ ਟ੍ਰਾਂਜ਼ਿਸਟਰ ਦੀ ਇਨਵੈਂਸ਼ਨ ਦੇ ਲਈ ਬਾਰਡੀਨ ਐਂਡ ਸ਼ੌਕਲੀ ਨੂੰ ਮਿਲਿਆ ਸੀ। ਓਕੇ, ਸੈਮੀਕੰਡਕਟਰ ਡਿਵਾਈਸਿਸ ਦੀ ਟਾਈਪਸ ਦੀ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੇ ਹੁੰਦੇ ਆ, ਇੰਟ੍ਰਿੰਸਿਕ ਸੈਮੀਕੰਡਕਟਰਸ ਐਂਡ ਐਕਸਟ੍ਰਿੰਸਿਕ ਸੈਮੀਕੰਡਕਟਰਸ। ਇੰਟ੍ਰਿੰਸਿਕ ਸੈਮੀਕੰਡਕਟਰ ਦਾ ਮਤਲਬ ਹੁੰਦਾ ਆ ਨੈਚੁਰਲ ਜਾਂ ਪਿਓਰ ਕਹਿ ਲਈਏ, ਮਤਲਬ ਕਿ ਇਹਨਾਂ ਦੇ ਵਿੱਚ ਕੋਈ ਇੰਪਿਓਰਿਟੀ ਨਹੀਂ ਹੁੰਦੀ, ਬਿਲਕੁਲ ਪਿਓਰ ਹੁੰਦੇ ਆ। ਠੀਕ ਹੈ, ਤਾਂ ਇਹਨਾਂ ਦੀ ਐਗਜ਼ਾਮਪਲਸ ਹੈਗੀਆਂ ਸਿਲੀਕਨ ਐਂਡ ਜਰਮੇਨੀਅਮ। ਹੁਣ ਸਿਲੀਕਨ ਤੇ ਜਰਮੇਨੀਅਮ ਜਿਹੜੇ ਆ ਇਹਨਾਂ ਦੇ ਵੈਲੈਂਸ ਸ਼ੈਲ ਦੇ ਵਿੱਚ 4 ਇਲੈਕਟ੍ਰੋਨਸ ਹੁੰਦੇ ਆ, ਦੈਟ ਮੀਨਸ ਇਹ ਉਹੀ ਗਰੁੱਪ ਨੂੰ ਬਿਲੋਂਗ ਕਰਦੇ ਆ ਜਿਹਦੇ ਵਿੱਚ ਕਾਰਬਨ ਆ। ਸੋ ਜੇ ਇਹਨਾਂ ਦੀ ਬੌਂਡਿੰਗ ਵੇਖੀ ਜਾਵੇ ਤਾਂ ਉਹ ਸੇਮ ਕਾਰਬਨ ਐਟਮਸ ਦੀ ਬੌਂਡਿੰਗ ਦੇ ਵਾਂਗ ਹੀ ਹੁੰਦੀ ਹੈ। ਸੋ ਇੱਕ ਜਰਮੇਨੀਅਮ ਜਾਂ ਇੱਕ ਸਿਲੀਕਨ ਐਟਮ ਜਿਹੜਾ ਹੁੰਦਾ ਆ ਉਹ ਆਪਣੇ ਨੇਬਰਿੰਗ ਜਰਮੇਨੀਅਮ ਜਾਂ ਸਿਲੀਕਨ ਐਟਮ ਦੇ ਨਾਲ ਕੋਵਲੈਂਟ ਬੌਂਡ ਦੇ ਨਾਲ ਜੁੜਿਆ ਹੁੰਦਾ ਆ। ਠੀਕ ਹੈ, ਦੇ ਆਰ ਕੋਵਲੈਂਟ ਬੌਂਡਸ ਇਨ ਇਟ। ਤੇ ਜੇ ਆਪਾਂ ਪੂਰੇ ਲੈਟਿਸ ਨੂੰ ਆਬਜ਼ਰਵ ਕਰੀਏ then there is no free electron. That means at 0 Kelvin all the electrons of silicon are absorbed in covalent bond and there is no free electron. That means at 0 Kelvin they show no conductivity and their resistivity is very high at 0 Kelvin. Now what happens when the temperature raises? That means at room temperature means 300 Kelvin. ਹੁਣ 300 Kelvin ਤੇ ਥਰਮਲ એનર્ਜੀ ਮਿਲਦੀ ਹੈ ਸਿਲੀਕਨ ਦੇ ਕ੍ਰਿਸਟਲ ਨੂੰ। ਠੀਕ, ਉਹਨਾਂ ਵਿੱਚੋਂ ਕੁਝ ਕੋਵਲੈਂਟ ਬੌਂਡ ਜਿਹੜੇ ਆ ਉਹ ਬ੍ਰੇਕ ਹੁੰਦੇ ਆ। ਹੁਣ ਜਦੋਂ ਕੋਵਲੈਂਟ ਬੌਂਡ ਬ੍ਰੇਕ ਹੁੰਦੇ ਆ ਤਾਂ ਉਹਦੇ ਤੋਂ ਇਲੈਕਟ੍ਰੋਨਸ ਰਿਲੀਜ਼ ਹੁੰਦੇ ਆ। ਓਕੇ, ਔਰ ਇਲੈਕਟ੍ਰੋਨ ਜਦੋਂ ਬੌਂਡ ਤੋਂ ਬਾਹਰ ਆਉਂਦੇ ਆ ਤਾਂ ਉਹ ਪਿੱਛੇ ਇੱਕ ਵੈਕੈਂਸੀ ਛੱਡਦੇ ਆ ਐਂਡ that vacancy is called hole. So when a covalent bond breaks, electron and hole pair is generated. Now ਇਹ ਇਲੈਕਟ੍ਰੋਨ ਤੇ ਇਹ ਹੋਲ ਜਿਹੜੇ ਆ ਇਹ ਫ੍ਰੀ ਚਾਰਜ ਕੈਰੀਅਰਸ ਨੇ। ਠੀਕ ਹੈ, ਔਰ ਇਹ ਕੰਡਕਟਿਵਿਟੀ ਵਿੱਚ ਪਾਰਟਿਸਿਪੇਟ ਕਰਦੇ ਨੇ। Second comes extrinsic semiconductor. Extrinsic semiconductors are of two type, N-type and P-type. ਹੁਣ intrinsic semiconductors ਜਿਹੜੇ ਸੀਗੇ ਉਹਨਾਂ ਦੀ ਕੰਡਕਟਿਵਿਟੀ ਬਹੁਤ ਥੋੜੀ ਸੀ, they were poor conductors. ਇਸ ਕਰਕੇ ਸਾਨੂੰ ਇਸ ਤਰ੍ਹਾਂ ਦੇ ਸੈਮੀਕੰਡਕਟਰਸ ਦੀ ਲੋੜ ਸੀ ਜਿਹੜੇ ਕੁਝ ਰਿਮਾਰਕੇਬਲ ਕੰਡਕਟਿਵਿਟੀ ਸ਼ੋ ਕਰਨ। ਇਸ ਕਰਕੇ ਐਕਸਟ੍ਰਿੰਸਿਕ ਸੈਮੀਕੰਡਕਟਰਸ ਜਿਹੜੇ ਆ ਉਹਨਾਂ ਦੀ ਇਨਵੈਂਸ਼ਨ ਹੋਈ। ਇਹਦੇ ਵਿੱਚ ਕੀ ਹੁੰਦਾ ਆ ਕਿ ਇੰਟ੍ਰਿੰਸਿਕ ਸੈਮੀਕੰਡਕਟਰ ਜਾਂ ਕਹਿ ਲਈਏ ਸਿਲੀਕਨ ਦਾ ਜਿਹੜਾ ਕ੍ਰਿਸਟਲ ਆ ਉਹਦੇ ਵਿੱਚ ਇੰਪਿਓਰਿਟੀਜ਼ ਐਡ ਕੀਤੀਆਂ ਜਾਂਦੀਆਂ ਨੇ ਤੇ ਇੰਪਿਓਰਿਟੀ ਐਡ ਕਰਨ ਦੀ ਪ੍ਰੋਸੈਸ ਨੂੰ ਕਹਿੰਦੇ ਆ ਡੋਪਿੰਗ। ਐਂਡ ਜਿਹੜੇ ਇੰਪਿਓਰਿਟੀ ਐਟਮਸ ਪਾਏ ਜਾਂਦੇ ਆ ਪਿਓਰ ਸਿਲੀਕਨ ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਡੋਪੈਂਟਸ। ਹੁਣ ਡਿਪੈਂਡਿੰਗ ਅਪਨ ਨੇਚਰ ਆਫ ਦ ਡੋਪੈਂਟਸ ਜਿਹੜੇ ਸੈਮੀਕੰਡਕਟਰਸ ਨੇ ਐਕਸਟ੍ਰਿੰਸਿਕ ਸੈਮੀਕੰਡਕਟਰ ਜਿਹੜੇ ਆ ਉਹ P ਟਾਈਪ ਤੇ N ਟਾਈਪ ਹੋ ਸਕਦੇ ਆ। N ਟਾਈਪ ਸੈਮੀਕੰਡਕਟਰਸ, N ਟਾਈਪ ਸੈਮੀਕੰਡਕਟਰਸ ਉਦੋਂ ਫਾਰਮ ਹੁੰਦੇ ਆ ਜਦੋਂ ਅਸੀਂ ਪੈਂਟਾਵੈਲੈਂਟ ਇੰਪਿਓਰਿਟੀਜ਼ ਸਿਲੀਕਨ ਦੇ ਕ੍ਰਿਸਟਲ ਦੇ ਵਿੱਚ ਐਡ ਕਰਦੇ ਆ। ਠੀਕ ਹੈ, ਹੁਣ ਪੈਂਟਾਵੈਲੈਂਟ ਇੰਪਿਓਰਿਟੀਜ਼ ਯਾਨੀ ਕਿ ਉਹ ਵਾਲੇ ਐਟਮਸ ਜਿਨ੍ਹਾਂ ਦੇ ਆਊਟਰਮੋਸਟ ਸ਼ੈਲ ਦੇ ਵਿੱਚ 5 ਇਲੈਕਟ੍ਰੋਨਸ ਨੇ। ਐਗਜ਼ਾਮਪਲਸ ਆਰ ਫਾਸਫੋਰਸ, antimony and arsenic. And p-type semiconductors. P-type semiconductors are those semiconductors in which trivalent impurity atoms are added. Trivalent impurity atoms are those atoms in which the outermost shell is having 3 valence electrons. And the examples are boron, aluminium and indium. N-type semiconductors ਵਿੱਚ ਕੀ ਹੁੰਦਾ ਆ ਕਿ ਜਦੋਂ ਆਪਾਂ ਪੈਂਟਾਵੈਲੈਂਟ ਇੰਪਿਓਰਿਟੀ ਐਡ ਕਰਦੇ ਆ ਸਿਲੀਕਨ ਦੇ ਕ੍ਰਿਸਟਲ ਦੇ ਵਿੱਚ
ਤਾਂ ਉਹਨਾਂ ਵਿੱਚੋਂ 5 ਇਲੈਕਟ੍ਰੋਨਸ ਦੇ ਵਿੱਚੋਂ 4 ਇਲੈਕਟ੍ਰੋਨਸ ਜਿਹੜੇ ਆ ਉਹ ਸਿਲੀਕਨ ਦੇ ਨਾਲ ਕੋਵਲੈਂਟ ਬੌਂਡ ਬਣਾਉਂਦੇ ਆ, ਪਰ ਇੱਕ ਇਲੈਕਟ੍ਰੋਨ ਜਿਹੜਾ ਆ ਉਹ ਐਕਸਟਰਾ ਬਚ ਜਾਂਦਾ ਆ। ਹੁਣ ਇਹ ਜਿਹੜਾ ਐਕਸਟਰਾ ਇਲੈਕਟ੍ਰੋਨ ਆ ਜਿਹੜਾ ਬੌਂਡਿੰਗ ਦੇ ਵਿੱਚ ਐਬਜ਼ੌਰਬ ਨਹੀਂ ਹੋਇਆ, ਇਟ ਐਕਟਸ ਐਜ਼ ਅ ਫ੍ਰੀ ਇਲੈਕਟ੍ਰੋਨ। ਠੀਕ ਹੈ, ਹੁਣ ਇਹ ਫ੍ਰੀ ਇਲੈਕਟ੍ਰੋਨ ਜਿਹੜੇ ਆ ਇਹ ਕੰਡਕਟਿਵਿਟੀ ਵਿੱਚ ਪਾਰਟਿਸਿਪੇਟ ਕਰਦੇ ਆ। So in n-type semiconductors, free charge carriers are electrons. This is the picture at 0 Kelvin. And what happens at room temperature? Some of the covalent bond again break because of thermal energy. ਹੁਣ covalent bond break ਹੁੰਦੇ ਆ ਤਾਂ ਉਹਦੇ ਵਿੱਚੋਂ electron ਤੇ hole generate ਹੁੰਦੇ ਆ, but on hole the number of electrons is more than number of holes. So electrons n-type semiconductor ਦੇ ਵਿੱਚ majority charge carriers ਬਣ ਜਾਂਦੇ ਆ ਤੇ holes ਜਿਹੜੇ ਆ ਉਹ n-type semiconductor ਦੇ ਵਿੱਚ minority charge carriers ਬਣ ਜਾਂਦੇ ਆ। Now comes p-type semiconductor. p-type semiconductors ਦੇ ਵਿੱਚ ਆਪਾਂ trivalent atom add ਕਰਦੇ ਆ। trivalent atom ਦੇ outermost shell ਦੇ ਵਿੱਚ 3 electrons ਹੁੰਦੇ ਆ, ਠੀਕ ਹੈ। ਉਹਨਾਂ ਦੇ ਵਿੱਚੋਂ ਜਿਹੜੇ ਤਿੰਨੋਂ ਇਲੈਕਟ੍ਰੋਨਸ ਆ ਉਹ ਸਿਲੀਕਨ ਦੇ ਨਾਲ ਕੋਵਲੈਂਟ ਬੌਂਡ ਬਣਾ ਦਿੰਦੇ ਆ, ਪਰ ਇੱਕ ਕੋਵਲੈਂਟ ਬੌਂਡ ਜਿਹੜਾ ਆ ਉਹ ਨਹੀਂ ਫਾਰਮ ਹੁੰਦਾ। ਸੋ ਹੁਣ ਇੱਥੇ ਇੱਕ ਟੈਂਡੈਂਸੀ ਬਣ ਜਾਂਦੀ ਆ ਇਸ ਇਨਕੰਪਲੀਟ ਕੋਵਲੈਂਟ ਬੌਂਡ ਦੀ ਕਿ ਕਿਸੇ ਨਾਲ ਦੇ ਕੋਵਲੈਂਟ ਬੌਂਡ ਤੋਂ ਇੱਕ ਇਲੈਕਟ੍ਰੋਨ ਸਨੈਚ ਕੀਤਾ ਜਾਏ, ਆਪਣੇ ਆਪ ਨੂੰ ਕੰਪਲੀਟ ਕੀਤਾ ਜਾਵੇ। So what happens when an electron is snatched from the neighboring covalent bond, a vacancy is again created. And this created vacancy is hole. So by adding the trivalent impurities, we are adding holes as free charge carriers. Okay, so holes we know they are positive in charge, they are positive charge carriers. That's why they are called p-type semiconductors. This is picture at 0 Kelvin, and at room temperature some covalent bond breaks and electron and hole pairs are generated. But on hole, the number of holes are more than the number of the electrons. So holes are majority charge carriers in p-type semiconductor, while the electrons are minority charge carriers in p-type semiconductor. So once again we see that we have done till now what the semiconductors are, what are the types of semiconductors, how p and n-type semiconductors are formed. Now let's see what are the various applications of the semiconductors. Now semiconductors are used in almost all the digital circuits, which includes logic gates, registers, right, microprocessors. ਇਹ ਸਾਰੇ ਜਿਹੜੇ ਇਲੈਕਟ੍ਰੋਨਿਕ ਡਿਵਾਈਸਿਸ ਆ ਇਹ ਸਾਰੇ ਦੇ ਸਾਰੇ ਸਿਲੀਕਨ ਦੇ ਬਣੇ ਹੁੰਦੇ ਆ। So silicon is a semiconductor. So this is the vital application of the semiconductor. Another is it's used in amplifier and oscillators. ਜਿੱਥੇ ਵੀ ਸਾਨੂੰ ਐਂਪਲੀਟਿਊਡ ਵਧਾਉਣ ਦੀ ਲੋੜ ਹੁੰਦੀ, ਜਿਹੜੇ ਵੀ ਸਰਕਿਟਸ ਦੇ ਵਿੱਚ ਸਾਨੂੰ ਸਿਗਨਲ ਨੂੰ ਐਂਪਲੀਫਾਈ ਕਰਨ ਦੀ ਲੋੜ ਹੁੰਦੀ ਹੈ ਜਾਂ ਸਿਗਨਲ ਜਨਰੇਟ ਕਰਨ ਦੀ ਲੋੜ ਹੁੰਦੀ ਆ, ਉਹਨਾਂ ਸਾਰਿਆਂ ਦੇ ਵਿੱਚ ਸੈਮੀਕੰਡਕਟਰ ਯੂਜ਼ ਹੁੰਦੇ ਆ। ਹੁਣ ਐਨਰਜੀ ਕਨਵਰਜਨ ਦੀ ਗੱਲ ਕਰੀਏ, ਆਪਾਂ ਨੂੰ ਪਤਾ ਆ ਅੱਜ ਕੱਲ੍ਹ ਆਪਾਂ ਸੋਲਰ ਐਨਰਜੀ ਯੂਜ਼ ਕਰਦੇ ਆ, ਉਹਦੇ ਲਈ ਆਪਾਂ ਯੂਜ਼ ਕਰਦੇ ਆ ਸੋਲਰ ਸੈਲ ਜਾਂ ਸੋਲਰ ਪੈਨਲ, ਠੀਕ ਹੈ। ਉਹ ਸਾਰੇ ਸੋਲਰ ਪੈਨਲ ਜਿਹੜੇ ਹੁੰਦੇ ਆ ਉਹ ਸਨ ਦੀ ਲਾਈਟ ਨੂੰ ਇਲੈਕਟ੍ਰੀਕਲ ਐਨਰਜੀ ਵਿੱਚ ਕਨਵਰਟ ਕਰ ਲਿਆ, ਠੀਕ ਹੈ। ਦੈਟ ਮੀਨਸ ਐਨਰਜੀ ਕਨਵਰਜਨ ਹੋ ਰਿਹਾ ਉਹਨਾਂ ਦੇ ਵਿੱਚ, ਤੇ ਉਹ ਸਾਰੇ ਜਿਹੜੇ ਸੋਲਰ ਸੈਲਸ ਆ ਉਹ ਬਣੇ ਹੁੰਦੇ ਆ ਸੈਮੀਕੰਡਕਟਰਸ ਤੋਂ। ਐਂਡ ਗੈਲੀਅਮ ਆਰਸੇਨਾਈਡ ਇਜ਼ ਦ ਮੇਨ ਇਨਗਰੀਡੀਐਂਟ। ਇਸ ਤੋਂ ਇਲਾਵਾ ਆਪਾਂ LEDs ਦੀ ਗੱਲ ਕਰੀਏ, ਪਾਵਰ ਸੇਵਿੰਗ LEDs, ਰਾਈਟ। ਇਹ ਸਾਰੇ ਜਿਹੜੇ LEDs ਹੈ ਇਹ ਲੋ ਪਾਵਰ ਡਿਵਾਈਸਿਸ ਆ, ਠੀਕ ਹੈ, ਔਰ ਇਹਨਾਂ ਦੀ ਲਾਈਫ ਕਾਫੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਕਨਵੈਨਸ਼ਨਲ ਬਲਬਸ। ਤੇ ਇਹਨਾਂ ਵਿੱਚ ਜਿਹੜੇ ਮਟੀਰੀਅਲ ਯੂਜ਼ ਹੁੰਦੇ ਆ ਉਹ ਗੈਲੀਅਮ ਆਰਸੇਨਾਈਡ ਐਂਡ ਐਲੂਮੀਨੀਅਮ ਗੈਲੀਅਮ ਆਰਸੇਨਾਈਡ ਹੁੰਦੇ ਆ। And the most advanced medical equipment, sensors, robotics, they all use the semiconductors. I hope you enjoyed this lecture. Thank you so much.